वाहिगुरु जी का खालसा वाहिगुरु जी की फतेह। सतगुरु गरीब नवाज पातशाह दसां पातशाहियां दी आत्मक जोत श्री गुरु ग्रंथ साहिब जी दे पावन चरनां विच सुभाएमान गुरु रूप साध संगत जी, आप जी हर रोज़ अमृत वेले दे दीवान विच पहुँच के जपजी साहिब दी चल रही लड़ीवार व्याख्या विचार सरवण करके जीवन सफल करते हो। अज जो पौड़ी आपां विचारनी है, नौवीं पौड़ी विच सतगुरां ने कृपा की। अकाल पुरख दे नाम नूं सुनन नाल किहड़ियां किहड़ियां बरकतां झोली विच पैंदियां हन, उन्हां बख्शिशां दा वर्णन इन्हां पौड़ियां विच हो रहा है। अकाल पुरख दे नाम नूं सुनन नाल ईश्वर ब्रह्मा ते इंद्र उन्हां दी जिहड़ी अवस्था है, नाम सुनन वाले नूं इन्हां देवतियां दी अवस्था शक्ति प्राप्त हो जाती है। भाव जिसने नाम नूं सुन लिया है और अंदर टिका लिया है, उसनूं फिर किसी देवते तो कुछ मंगण की जरूरत नहीं। सब कुछ अकाल पुरख वाहिगुरू उहदी झोली विच पाउंदा है। सुनन नाल मंद बुद्धि वाले मनुख जिन्हां दे दिमाग दे विच कोई भी भगती करन दी सलौता करन दी कोई भी कला नहीं है, नाम नूं सुनन नाल ऐसे मनुख अपने मूँह तो अकाल पुरख वाहिगुरू दी सलौता उस्तत करन लग पैंदे हन। फिर जोगी जिहड़े समाधियां द्वारा अपने शरीर दे भेद लभदे हन, शरीर दे चक्कर वेख लैंदे ने। गुरु साहब कहंदे ने जिहड़ा मनुख नाम नूं सुनदा है, उसनूं अपने शरीर दे भेदां दा पता लग जांदा है, शरीर दे विच की है। शास्त्र सिमरतियां ते वेद अज तक धरती ते जिन्ना भी धार्मिक ज्ञान आया है जां संसार दा ज्ञान आया है, नाम सुनने वाले नूं वो ज्ञान सहज ही प्राप्त हो जाता है। ये सारियां दातां ही नाम विच हन। हुण कल जिहड़ी आपां पौड़ी विचारी सी, उस विच सुनन दे अर्थ आपां कीते सन कि जिन्हां ने नाम जपण वालियां दे जीवन नूं सुनिया, जिवें कि बाबा भगत धन्ना जी ने पहले 4 भगतां दा जीवन सुनिया, लोकां तो भगतां तो सुनिया कि उन्हां ने इस ढंग नाल भगती कीती। ਤਾਂ ਜਦੋਂ ਉਹਨਾਂ ਨੇ ਜੀਵਨ ਸੁਣਿਆ ਤੇ ਸੁਣ ਕੇ ਉਹਨਾਂ ਦੇ ਮਨ ਵਿੱਚ ਵੀ ਤਮੰਨਾ ਇੱਛਾ ਜਾਗ ਪਈ ਕਿ ਮੈਂ ਵੀ ਇਹ ਭਗਤੀ ਕਰਕੇ ਵੇਖਾਂ। ਇਹ ਤੇ ਬੜੀਆਂ ਬਰਕਤਾਂ ਨਾਲ ਭਰੀ ਹੋਈ ਦਾਤ ਹੈ। ਸੁਣ ਕੇ ਉਹਨਾਂ ਨੂੰ ਸ਼ੌਂਕ ਜਾਗ ਪਿਆ ਔਰ ਸੁਣਨ ਤੋਂ ਬਾਅਦ ਉਹਨਾਂ ਨੇ ਫਿਰ ਬੰਦਗੀ ਆਰੰਭ ਕੀਤੀ। 2 ਤਰ੍ਹਾਂ ਨਾਲ ਮਨੁੱਖ बंदगी शुरू करदा है।
ਜਾਂ तो ਉਹ ਕਿਸੇ ਮਨੁੱਖ ਦੇ ਜੀਵਨ ਬਾਰੇ ਸੁਣੇਗਾ ਕਿਸੇ ਤੋਂ ਕਿ ਉਸ ਨੇ ਧਰਮ ਨੂੰ ਕਮਾਇਆ ਤੇ ਉਹਨੂੰ ਇਹ ਪ੍ਰਾਪਤੀ ਹੋਈ ਹੈ, ਜਾਂ ਫਿਰ ਉਹ ਆਪਣੀਆਂ ਅੱਖਾਂ ਦੇ ਨਾਲ ਕਿਸੇ ਦਾ ਜੀਵਨ ਵੇਖ ਲੈਂਦਾ ਹੈ ਕਿ ਇਹਦਾ ਜੀਵਨ ਬਿਲਕੁਲ ਗਿਰਾਵਟ ਵਿੱਚ ਸੀ, ਹਰ ਪੱਖੋਂ ਹਰ ਇੱਕ ਢੰਗ ਨਾਲ ਡਿੱਗਾ ਹੋਇਆ ਸੀ। ਤੇ ਜਦੋਂ ਦਾ ਇਹਨੇ ਨਾਮ ਦਾ ਪੱਲਾ ਫੜਿਆ, ਸਿਮਰਨ ਸੇਵਾ ਨੂੰ ਅਪਣਾਇਆ, ਉਸ ਵੇਲੇ ਤੋਂ ਇਹਦੇ ਜੀਵਨ ਦੇ ਵਿੱਚ ਉਚਾਈ ਆਉਣ ਲੱਗ ਪਈ ਹੈ। ਇਹ ਦੋ ਚੀਜ਼ਾਂ ਨੇ ਸੰਸਾਰ ਦੇ ਵਿੱਚ, ਜਾਂ ਤੇ ਬੰਦਾ ਸੁਣੇਗਾ, ਸੁਣ ਕੇ ਉਹਨੂੰ ਸ਼ੌਂਕ ਜਾਗੇਗਾ, ਜਾਂ ਫਿਰ ਗੁਰੂ ਕੇ ਸਵਾਰਿਓ ਸਾਹਮਣੇ ਵੇਖੇਗਾ ਤੇ ਵੇਖਣ ਨਾਲ ਉਹਦੇ ਮਨ ਦੇ ਵਿੱਚ ਸ਼ੌਂਕ ਜਾਗ ਪੈਗਾ। ਇਹਨਾਂ ਦੋ ਚੀਜ਼ਾਂ ਦੇ ਨਾਲ ਧਰਮ ਵਿੱਚ ਵਾਧਾ ਹੁੰਦਾ ਹੈ, ਧਰਮ ਦੇ ਵਿੱਚ ਵਿਕਾਸ ਹੁੰਦਾ ਹੈ। ਇਸ ਤੋਂ ਬਿਨਾਂ ਕਦੀ ਵੀ ਮਨੁੱਖ ਸ਼ੌਂਕ ਨਾਲ ਰੱਬ ਦੇ ਧਰਮ ਦੇ ਰਾਹ 'ਤੇ ਨਹੀਂ ਤੁਰ ਸਕਦਾ। ਅੱਜ ਦੇ ਸ਼ਬਦ ਵਿੱਚ ਸਾਹਿਬ ਨੇ ਕਿਰਪਾ ਕੀਤੀ ਸੁਣਨ ਦੇ ਨਾਲ। ਸੁਣਨ ਦੇ ਨਾਲ ਹੁਣ ਅਗਲੀ ਸਰੋਤ ਦਾ ਆਪਾਂ ਅੱਜ ਵਰਣਨ ਕਰਾਂਗੇ, ਕਿਉਂਕਿ ਕੱਲ੍ਹ ਕੇਵਲ ਗੱਲਾਂ ਸੁਣਨ ਤੱਕ ਗੱਲ ਸੀ। ਕਿਸੇ ਦੀ ਗੱਲ ਸੁਣਨੀ, ਭਾਸ਼ਾ ਵਿੱਚ ਸੁਣ ਲੈਣੀ ਕਿ ਨਾਮਦੇਵ ਜੀ ਨੇ ਇਸ ਤਰ੍ਹਾਂ ਜਪਿਆ, ਉਹਨਾਂ ਨੂੰ ਪ੍ਰਾਪਤੀ ਹੋਈ, ਧੰਨੇ ਨੇ ਸੁਣਿਆ। ਰਵਿਦਾਸ ਜੀ ਢੋਲ ਢੋਂਦੇ ਸਨ, ਉਹਨਾਂ ਨੂੰ ਇਸ ਤਰ੍ਹਾਂ ਉੱਚਾ ਜੀਵਨ ਮਿਲ ਗਿਆ। ਸੈਣ ਨਾਈ ਨੂੰ ਇਸ ਤਰ੍ਹਾਂ ਪ੍ਰਾਪਤੀ ਹੋਈ। ਇਹ ਸੀ ਸਿੱਖਿਆ ਸੁਣਨੀ, ਯਾਨੀ ਕਿ ਕਿਸੇ ਦੇ ਜੀਵਨ ਨੂੰ ਸੁਣਨਾ ਤੇ ਸੁਣ ਕੇ ਤੁਰ ਪੈਣਾ। ਇਹ ਸਰੋਤ ਦਾ ਪਹਿਲਾ ਹਿੱਸਾ ਹੈ। ਹੁਣ ਅੱਜ ਆਪਾਂ ਸੁਣਨ ਦੇ ਦੂਸਰੇ ਹਿੱਸੇ ਬਾਰੇ ਵਿਚਾਰ ਸਮਝਣ ਦਾ ਯਤਨ ਕਰਾਂਗੇ। ਸੁਣਨ ਦਾ ਦੂਸਰਾ ਹਿੱਸਾ ਹੈ ਕਿ ਬੰਦੇ ਦੇ ਸਰੀਰ ਦੇ ਅੰਦਰ ਜਦੋਂ ਕੋਈ ਨਾਮ ਦਾ ਅਭਿਆਸ ਕਰਦਾ ਹੈ, ਬਾਣੀ ਦਾ ਅਭਿਆਸ ਕਰਦਾ ਹੈ, ਸੇਵਾ ਕਰਦਾ ਹੈ, ਗੁਰੂ ਦੀ ਮੱਤ ਅਨੁਸਾਰ ਆਪਣਾ ਜੀਵਨ ਬਿਤਾਉਂਦਾ ਹੈ, ਤੇ ਜਦੋਂ ਇਸ ਨਾਮ ਨੂੰ ਬੰਦਾ ਵਾਰ-ਵਾਰ ਜਪੇਗਾ, ਵਾਰ-ਵਾਰ ਜਪੇਗਾ, ਤੇ ਉਹ ਨਾਮ ਦੀ ਜਿਹੜੀ ਆਵਾਜ਼ ਹੈ, ਨਾਮ ਦੀ ਜਿਹੜੀ ਤਰੰਗ ਹੈ, ਉਸ ਨਾਮ ਦੀ ਜਿਹੜੀ ਲਹਿਰ ਹੈ, ਉਹ ਬੰਦੇ ਦੇ ਸਰੀਰ ਦੇ ਅੰਦਰ ਪਈ ਹੋਈ ਇੱਕ ਬੰਦ ਸ਼ਕਤੀ, ਬੰਦ ਯੰਤਰ ਜਿਹੜਾ ਸਾਰਿਆਂ ਦੇ ਵਿੱਚ ਹੈ, ਜਿਸ ਨੂੰ ਗੁਰੂ ਸਾਹਿਬ ਨੇ ਸੁਰਤ ਕਿਹਾ ਹੈ, ਬੰਦ ਪਈ ਹੈ ਬਿਲਕੁਲ। ਨਾਮ ਦੁਆਰਾ ਉਹ ਡਿੱਗੀ ਹੋਈ ਸ਼ਕਤੀ, ਜਿਹਨੂੰ ਸੁਰਤ ਕਹਿੰਦੇ ਨੇ ਗੁਰੂ ਸਾਹਿਬ, ਉਹ ਚੱਲਣੀ ਸ਼ੁਰੂ ਹੋ ਜਾਏਗੀ, ਉਹ ਜਾਗ ਪੈਗੀ। ਇਹਨੂੰ ਕਹਿੰਦੇ ਨੇ ਸੁਰਤ ਜਾਗ ਪੈਣੀ। ਹੁਣ ਸੁੱਤੀ ਹੋਈ ਹੈ ਸੁਰਤ ਸਾਡੀ, ਜਾਗੀ ਨਹੀਂ ਹੈ। ਇਹ ਸਰੀਰ ਜਾਗਿਆ ਅਜੇ, ਸਰੀਰ ਜਾਗ ਰਿਹਾ ਹੈ, ਅਸੀਂ ਨਹੀਂ ਜਾਗੇ ਅਜੇ। ਇਹ ਖਿਆਲ ਰੱਖਣਾ, ਜਿੱਦਣ ਜਾਗ ਪਏ ਨਾ, ਜੀਵਨ ਦਿਸ ਪਏਗਾ ਆਪਣੇ ਆਪ। ਤਾਂ ਜਿਨ੍ਹਾਂ ਨੇ ਨਾਮ ਦੀ ਕਮਾਈ ਕੀਤੀ, ਉਹਨਾਂ ਦੇ ਅੰਦਰ ਬੰਦ ਪਈ ਹੋਈ ਸ਼ਕਤੀ, ਜਿਹਨੂੰ ਸੁਰਤ ਕਹਿੰਦੇ ਨੇ, ਉਹ ਜਾਗਣ ਲੱਗ ਪਈ। ਉਹਨੂੰ ਹੋਸ਼ ਆ ਗਈ, ਉਹਨੇ ਪਾਸਾ ਬਦਲ ਲਿਆ। ਤੇ ਜਿਉਂ ਹੀ ਸੁਰਤ ਜਾਗੀ, ਫਿਰ ਸੁਰਤ ਜਿਹੜੀ ਇਹ ਚੌਹਾਂ ਪਾਸੇ ਜਿਹੜਾ ਸਾਨੂੰ ਹੁਣ ਨਹੀਂ ਦਿਸ ਰਿਹਾ ਵਾਪਰਦਾ ਹੋਇਆ, ਸਾਡੇ ਕੋਲ ਹੀ ਹੈ। ਜਿੰਨਾ ਕੁਝ ਸਾਨੂੰ ਦਿਸਦਾ ਹੈ ਤੇ ਇੰਨਾ ਕੁਝ ਹੀ ਨਹੀਂ ਖਿਆਲ ਰੱਖਣਾ। ਜੋ ਕੁਝ ਅਸੀਂ ਵੇਖ ਰਹੇ ਹਾਂ ਨਾ, ਸਾਡੇ ਸਾਹਮਣੇ ਕੀ ਹੈ, ਜਿਹੜੀ ਚੀਜ਼ ਦਾ ਸਾਡੇ ਮਨ ਦੇ ਵਿੱਚ ਅਹਿਸਾਸ ਨਹੀਂ, ਉਹ ਭਾਵੇਂ ਸਾਹਮਣੇ ਵੀ ਆਦਮੀ ਉਹਨੂੰ ਵਹਿੰਦਾ ਹੀ ਨਹੀਂ। ਸਾਡੇ ਆਲੇ ਦੁਆਲੇ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਬੜਾ ਕੁਝ ਪਰਮੇਸ਼ਰ ਨੇ ਇਸ ਕਾਇਨਾਤ ਦੇ ਅੰਦਰ ਭਰਿਆ ਹੈ, ਬਣਾਇਆ। ਇਹਦੇ ਵਿੱਚ ਨਾਮ ਵਰਸ ਰਿਹਾ। ਗੁਰੂ ਸਾਹਿਬ ਕਹਿੰਦੇ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਪਰ ਜਿੱਥੇ ਅਸੀਂ ਖੜੇ ਹਾਂ, ਅਸੀਂ ਕਵਾਂਗੇ ਕਿੱਥੇ ਨਾਮ ਵਰਸਦਾ ਪਿਆ, ਵਿਖਾਓ, ਨਹੀਂ ਦਿਸੇਗਾ। ਉਹ ਦਿਸਦਾ ਸਾਨੂੰ ਨਹੀਂ ਦਿਸਦਾ, ਵਸਦਾ ਤੇ ਲਗਾਤਾਰ ਹੀ ਪਿਆ। ਜਿੱਦਣ ਬੰਦੇ ਦੀ ਸੁਰਤ ਜਾਗੀ, ਜਿਹਨੂੰ ਕਹਿੰਦੇ ਨੇ ਗੁਰੂ ਸਾਹਿਬ ਸੁਣ ਕੇ ਜਾਗਦੀ ਹੈ, ਤਾਂ ਉਹ ਜਿਹੜਾ ਸ਼ਬਦ, ਉਹ ਜਿਹੜਾ ਨਾਮ ਉਹਨੇ ਕਮਾਇਆ ਸੀ ਗੁਰੂ ਦੀ ਕਿਰਪਾ ਦੇ ਨਾਲ,
वो नाम फिर उन्होंने अंदरों अपने सुनना शुरू हो जाता है। उन्होंने कहते ने सुनन दे नाल ये हो जाता है। असल विच इहदे अर्थ ही ये ने 4 पौड़ियां। पहला गुरु की सिक्ख्या बाहरों मत सुनी, फिर उस नाम नूं जपिया, ते दूसरे नंबर ते जाके फिर सुरत जिहड़ी है वो जाग पई, एकाग्रता बनाओ में सुरत जाग पई, ध्यान जाग पिया। तो उन्होंने कहते ने गुरु साहब कलगीधर पातशाह के जाप नितनेम की दूसरी बाणी जिहड़ी, पहला है जपना, दूसरा है जाप। जाप का मतलब है कि जिहदे विच जपण वाला चुप हो जाता है, तो जो कुछ उन्हें पहला जपिया है उहदे मन दे विचों उहदी अपने आप वापस आवाज़ आउण लग पैंदी। उहनूं कहंदे ने दूसरी प्रकार दी स्रोत, दूसरी प्रकार दा सुनना है ना। ये धर्म की क्लास का मैटर है ना। जिवें तुसीं संगीत सिखदे हो ना, संगीत दे अपने अपने क्लास बाई क्लास अगे मैटर लिखे हुए हैं भी पहला ये क्लीयर करना है, फिर अगला अखर आवेगा, फिर ये राग है, फिर इस तो अगे ये है, सारा बनया होया। जिवें रागां दे मैटर ने, जिवें कीर्तन दे ने जां ताल ने, कुछ भी है, इस तरह गुरु ग्रंथ साहिब दे विच बाणी पढ़न दे, नाम जपण दे भी तरीके दिते गए ने। ये वखरी गल है कि बंदा कला नूं गिणदा रहिंदा सारी उम्र, अखरां विच फसिया रहेगा, पर जिहड़ी अंदर तत्त दी गल गुरबाणी विच है उहनूं ये मैटर समझदा ही कोई नहीं। उत्थे जिवें आदमी बेहोश जिहा भी इहदा करने की, इहदे नाल किहड़ा पैसे मिलने ने। जे असीं ये सुणांगे भी गुरबाणी विच जपजी साहिब दे अंदर ये अवस्था लिखियां होईयां ने जीवन दियां, धर्म दियां, उहनां नूं सुणीए तां साडा मन कहता भी ये सुनन नाल की मिलना सानू, असी तो गाउणा ही है ना कला, जां कथा करनी है, जां किताब लिखनी है। तो इत्थे भटक गए असी बिल्कुल। गुरु अमरदास जी ने हर रोज़ सानू समझाया है कि सिमरत शास्त्र पुन पाप विचार दे, तत्तै सार ना जानी, तत् नहीं समझिया भी विच की है दे। तो जिन्ना चिर सानू ये नहीं प्रयोजन मिलता कि गुरबाणी दे विचों असी कुछ सीखना है तरतीबवार, उन्ना चिर कोई शौक नहीं जागेगा। तो गुरु साहब ने जाप दूसरे नंबर ते रखिया। जाप का मतलब जिसनूं असी पहला जपिया नाम नूं, हुण उहनूं जपना नहीं पैंदा, वो अपने आप सुनन लग पिया, मन विचों अपने आप आवाज़ आउंदी है। और ये साडा अभ्यास भी है। उन्होंने कहते ने जाप, अजपा जाप, आत्म उपदेश भेज संजम को, जाप सो अजपा जापै। जिवें आम करके बंदे दा रुझान है कि वो दुनिया दे विच लंघदा होया तुसीं किते गीत संगीत सुन लिया, तो ये चीज़ां ते अपने आप मन में चलियां जांदियां, जपणियां नहीं पैंदियां। कलाकारां दे गीतकारां दे गीत किन्ने कदी जपे ने? कदी जपे ने किसे ने? वो नहीं जपे, पर उन्होंने इन्ने ध्यान नाल सुनिया कि हुण वो अपने आप अंदर गूंजते ने। पता है ना सानू गूंजते ने, बाहर नहीं असीं दसदे, मन विच उन्हां दीयां पंक्तियां गूंजदियां रहिंदियां ने। मूँह बाहरों बाहरों शब्द पढ़दा है, पर असी कहने भी ये फलाने गाने की ट्यून ते शब्द चल रहा है, ट्यून याद है, वो गल याद है सारी। तो जिस चीज़ नूं बंदा ध्यान नाल सुनदा है वो बंदे दे मन दे विच वस जांदी है। जदों मन विच वस जांदी है तो मनुख नाम ही चाहे कुछ ना चाहे उन्होंने बोलना, तो वो गीत वार वार साड़ी जुबान ते आएगा, वार वार मन ते आएगा। इस तरह कई बारी शब्दां दे संबंध विच वापरदा है। जिवें कोई बड़ा सुंदर टिका वाला किसी गुरमुख प्यारे रागी सिंह तो शब्द सुनिया, बड़ी लय विच, बड़ी लहर दे विच, बड़े प्यार विच,
ਜਦੋਂ ਉਹਨੂੰ ਪੂਰੇ ਧਿਆਨ ਨਾਲ ਕਿਤੇ ਸੁਣ ਲਿਆ, ਤੇ ਜਦੋਂ ਅਸੀਂ ਇਕੱਲੇ ਤੁਰਨੇ ਆ, ਕਿਤੇ ਕੋਈ ਨਹੀਂ ਕੋਲ ਹੁੰਦਾ, ਤੇ ਆਪਣੇ ਆਪ ਉਹ ਸਾਡੇ ਮੂੰਹ ਤੇ ਆ ਜਾਂਦਾ ਹੈ। ਉਹਨੂੰ ਬੋਲਣਾ ਨਹੀਂ ਪੈਂਦਾ, ਮਨ ਵਿੱਚ ਉਹਦੀ ਆਵਾਜ਼ ਗੂੰਜਣ ਲੱਗ ਪੈਂਦੀ। ਕਦੀ ਕਦੀ ਬੰਦਾ ਉਹਨੂੰ ਗਾਉਂਦਾ ਹੈ, ਉਹਨੂੰ ਗੁਰੂ ਸਾਹਿਬ ਕਹਿੰਦੇ ਦੂਸਰੀ ਤਰ੍ਹਾਂ ਦਾ ਸੁਣਨਾ। ਇੱਥੋਂ ਤੱਕ ਅਸੀਂ ਜਾਣਾ, ਧਿਆਨ ਰੱਖਣਾ ਹੈ। ਪਹਿਲਾਂ ਜਪਣਾ ਹੈ, ਫਿਰ ਉਹ ਜਿਹੜਾ ਜਪ ਰਿਹਾ ਉਹਨੂੰ ਇੰਨੇ ਧਿਆਨ ਨਾਲ ਜਪਣਾ ਹੈ ਕਿ ਅੰਦਰ ਚਲਾ ਜਾਏਗਾ, ਫਿਰ ਉਹ ਮਨ ਦੇ ਵਿੱਚ ਗੂੰਜੇਗਾ। ਉਹਨੂੰ ਕਹਿੰਦੇ ਦੂਸਰੀ ਤਰ੍ਹਾਂ ਦਾ ਸੁਣਨਾ। ਉਹਨੂੰ ਸੁਣਨ ਦੇ ਨਾਲ ਹੀ ਗੁਰੂ ਸਾਹਿਬ ਕਹਿੰਦੇ ਕਈ ਕੁਝ ਮਿਲ ਜਾਂਦਾ। ਜਿਹਨੂੰ ਉਹ ਦੂਸਰੀ ਤਰ੍ਹਾਂ ਦਾ ਸੁਣਨਾ ਆ ਗਿਆ, ਉਹਨੂੰ ਸਮਾਧੀ ਲਾਉਣ ਦੀ ਲੋੜ ਨਹੀਂ ਰਹੀ, ਕਿਉਂਕਿ ਆਪਣੇ ਆਪ ਲੱਗ ਜਾਏਗੀ। ਉਹਨੂੰ ਧਿਆਨ ਜੋੜਨ ਦੀ ਲੋੜ ਵੀ ਨਹੀਂ ਰਹਿਣੀ, ਕਿਉਂਕਿ ਜਦੋਂ ਵੀ ਧਿਆਨ ਜੁੜਿਆ ਹੈ ਸੁਣਨ ਦੇ ਰਾਹੀਂ ਜੁੜਿਆ। ਜਿਹਨੂੰ ਸੁਣਨਾ ਆ ਗਿਆ ਉਹਦਾ ਧਿਆਨ ਜੋੜੀ ਗਿਆ, ਉਹਨੂੰ ਜੋੜਨਾ ਨਹੀਂ ਪੈਂਦਾ। ਜਾਂ ਇਉਂ ਕਹਿ ਲਈਏ ਕਿ ਮਨ ਦੀ ਇਕਾਗਰਤਾ ਦਾ ਦਰਵਾਜ਼ਾ ਹੈ ਸੁਣਨ ਸ਼ਕਤੀ, ਜਿਹਨੂੰ ਸੁਰਤ ਕਹਿੰਦੇ ਨੇ, ਸਰੋਤ। ਜਿਹਦੀ ਉਹ ਜਾਗ ਪਈ, ਉਹਦਾ ਮਨ ਆਪਣੇ ਆਪ ਇਕਾਗਰ ਹੋਣ ਲੱਗ ਪਿਆ। ਤੇ ਗੁਰੂ ਸਾਹਿਬ ਨੇ ਬਾਣੀ ਦੇ ਨਾਲ ਰਾਗ ਤਾਂ ਦਿੱਤੇ, ਸੰਗੀਤ ਤਾਂ ਦਿੱਤਾ, ਸਾਜ਼ ਤਾਂ ਦਿੱਤਾ, ਕਿਉਂਕਿ ਮਨ ਆਵਾਜ਼ ਤੇ ਟਿਕਦਾ ਹੈ। ਕੁਝ ਸੁਣੇ ਤੇ ਮਨ ਟਿਕਦਾ, ਖਿਆਲ ਰੱਖਣਾ। ਜ਼ਰੂਰੀ ਨਹੀਂ ਕਿ ਉਹ ਕਿਹੜਾ ਸ਼ਬਦ ਹੈ। ਜਦੋਂ ਅਸੀਂ ਕੁਝ ਸੁਣਨੇ ਆ ਤੇ ਮਨ ਉਹਦੇ ਉੱਤੇ ਆਪਣੇ ਆਪ ਇਕਾਗਰ ਹੋਵੇਗਾ। ਕਈ ਵਾਰੀ ਤੁਸੀਂ ਦੇਖਣਾ ਕਿ ਆਦਮੀ ਨੂੰ ਨੀਂਦ ਨਹੀਂ ਆਉਂਦੀ। ਜਦੋਂ ਨੀਂਦ ਨਾ ਆਵੇ, ਨੀਂਦ ਤਾਂ ਨਹੀਂ ਆਉਂਦੀ ਕਿ ਉਹਦੇ ਦਿਮਾਗ ਦੇ ਵਿੱਚ ਵਿਚਾਰ ਬੜੇ ਖਿਲਰੇ ਹੁੰਦੇ ਨੇ, ਦਿਮਾਗ ਇਕੱਠਾ ਨਹੀਂ ਹੁੰਦਾ, ਮਨ ਇਕਾਗਰ ਨਹੀਂ ਹੁੰਦਾ, ਇਸ ਕਰਕੇ ਨੀਂਦ ਨੂੰ ਪਕੜਦਾ ਨਹੀਂ। ਤਾਂ ਉਦੋਂ ਇੱਕ ਸਾਧਨ ਜੇ ਵਰਤ ਲਈਏ ਕਿ ਆਪਣੇ ਕੋਲ ਕੋਈ ਛੋਟਾ ਜਿਹਾ ਸੰਗੀਤ ਜਾਂ ਕੋਈ ਇਸ ਤਰ੍ਹਾਂ ਦਾ ਪੱਖਾ ਜਿਹਦੀ ਥੋੜ੍ਹੀ ਜਿਹੀ ਆਵਾਜ਼ ਆਉਂਦੀ ਹੋਵੇ, ਜਿਹਦੀ ਧੁਨ ਬਣਦੀ ਹੋਵੇ। ਆ ਜਿਵੇਂ ਪੱਖਾ ਚੱਲ ਰਿਹਾ, ਇਹਦੀ ਇੱਕ ਧੁਨ ਬਣ ਰਹੀ ਹੈ, ਆਵਾਜ਼ ਬਣ ਰਹੀ ਹੈ, ਅਸੀਂ ਇਹਨੂੰ ਸੁਣ ਰਹੇ ਹਾਂ। ਤਾਂ ਜਦੋਂ ਉਸ ਆਵਾਜ਼ ਨੂੰ ਬੰਦਾ ਕੋਲ ਲਾ ਕੇ ਉਸ ਪੱਖੇ ਨੂੰ ਲੰਮਾ ਪੈ ਜਾਏ, ਆਰਾਮ ਕਰਨ ਲੱਗ ਜਾਏ, ਤਾਂ ਸਹਿਜੇ ਸਹਿਜੇ ਉਹਦੀ ਜਿਹੜੀ ਟਿਊਨ ਆ ਰਹੀ ਹੈ ਨਾ, ਆਵਾਜ਼, ਮਨ ਉਹਨੂੰ ਸੁਣੇਗਾ ਤੇ ਉਹਨੂੰ ਸੁਣਦਿਆਂ ਸੁਣਦਿਆਂ ਇਕਾਗਰ ਹੁੰਦਾ ਜਾਏਗਾ। ਇਕਾਗਰ ਹੁੰਦਾ ਹੁੰਦਾ ਨੀਂਦ ਵਿੱਚ ਚਲਾ ਜਾਏਗਾ ਤੇ ਉਹਨੂੰ ਗੂੜੀ ਨੀਂਦ ਆ ਜਾਏਗੀ। ਇਹਦਾ ਮਤਲਬ ਸੁਣਨ ਦੇ ਨਾਲ ਮਨ ਆਪਣੇ ਆਪ ਇਕਾਗਰ ਹੁੰਦਾ ਹੈ, ਉਹਨੂੰ ਧਿਆਨ ਲਾਉਣਾ ਨਹੀਂ ਪੈਂਦਾ। ਕੱਲ੍ਹ ਦੀ ਪੌੜੀ ਵਿੱਚ ਇਹ ਵੀ ਅਰਥ ਬਹੁਤ ਸਾਰੇ ਆਉਣਗੇ ਕਿ ਅੰਦਰ ਦੀਆਂ ਕਿਹੜੀਆਂ ਦਾਤਾਂ ਜਿਹੜੀਆਂ ਪੜ੍ਹਨ ਵਾਲਿਆਂ ਨੂੰ ਨਾ ਮਿਲੀਆਂ, ਸੋਚਣ ਵਾਲਿਆਂ ਨੂੰ ਨਾ ਮਿਲੀਆਂ, ਤੀਰਥਾਂ 'ਤੇ ਜਾਣ ਵਾਲਿਆਂ ਨੂੰ ਨਾ ਮਿਲੀਆਂ, ਬਰਕਤਾਂ ਜਿਨ੍ਹਾਂ ਨੇ ਲੰਮੇ ਲੰਮੇ ਤਪ ਕੀਤੇ, ਧੂਣੀਆਂ ਤਾਈਆਂ, ਕਈ ਕੁਝ ਕੀਤਾ, ਜਿਨ੍ਹਾਂ ਨੂੰ ਇਹ ਸਭ ਕੁਝ ਕਰਕੇ ਕੁਝ ਵੀ ਨਾ ਮਿਲਿਆ, ਉਹਨਾਂ ਨੂੰ ਸੁਣਨ ਨਾਲ ਇਹ ਸਾਰੀਆਂ ਦਾਤਾਂ ਆਪੇ ਝੋਲੀ ਵਿੱਚ ਪੈ ਗਈਆਂ। ਸੁਣਨਾ ਇੰਨਾ ਮਹਾਨ ਹੈ। ਤਜਰਬਾ ਕਰਕੇ ਵੇਖ ਲੈਣਾ, ਜਿਹੜਾ ਬੰਦਾ 24 ਘੰਟਿਆਂ ਵਿੱਚ 1 ਘੰਟਾ ਪੂਰੀ ਤਰ੍ਹਾਂ ਸੁਣ ਲੈਂਦਾ ਹੈ, ਭਾਵੇਂ ਉਹ ਕੀਰਤਨ ਹੋਵੇ ਭਾਵੇਂ ਕਥਾ ਹੋਵੇ, ਸੁਣੇ ਪੂਰੀ ਤਰ੍ਹਾਂ। ਇਹ ਨਹੀਂ ਵੀ ਸਾਰਾ ਬਿਜ਼ਨਸ ਵੀ ਅਸੀਂ ਨਾਲ ਨਾਲ ਵਿੱਚ ਰੱਖੀਏ, ਫਿਰ ਨਹੀਂ ਉਹ ਸੁਣਨਾ ਬਣਦਾ। ਸਰੀਰ ਨੂੰ ਛੱਡ ਕੇ ਸੁਣਨਾ, ਜਿਵੇਂ ਸਰੀਰ ਉੱਥੇ ਹੈ ਹੀ ਕੋਈ ਨਹੀਂ ਸੀ। ਜਿਵੇਂ ਕੋਈ ਬੰਦਾ, ਹੁਣ ਕਿਉਂਕਿ ਇਹ ਉਦਾਹਰਨਾਂ ਮੈਨੂੰ ਦੇਣੀਆਂ ਪੈਂਦੀਆਂ, ਅਸੀਂ ਕਿੱਥੇ ਖੜੇ ਹਾਂ, ਉਦਾਹਰਨਾਂ ਤੇ ਉਹ ਹੀ ਦੇਵਾਂਗੇ ਨਾ। ਤਾਂ ਉਦਾਹਰਨ ਮੈਂ ਦੇਵਾਂ, ਜਿਵੇਂ ਇੱਕ ਬੰਦਾ 3 ਘੰਟੇ ਦੀ ਫਿਲਮ ਵੇਖਦਾ ਹੈ ਨਾ, ਸਰੀਰ ਨਹੀਂ ਹਿੱਲਦਾ ਉਹਦੇ ਵਿੱਚ, ਸਰੀਰ ਵਿੱਚੋਂ ਬਾਹਰ ਨਿਕਲ ਜਾਂਦਾ, ਉਹਨਾਂ ਤਸਵੀਰਾਂ ਵਿੱਚ ਲੀਨ ਹੋ ਜਾਂਦਾ ਬਿਲਕੁਲ। ਸਰੀਰ ਵਿੱਚੋਂ ਉਹਦੀ ਸੁਰਤ ਨਿਕਲ ਕੇ ਉਸ ਫਿਲਮ ਵਿੱਚ ਘੁੰਮਣ ਲੱਗ ਪੈਂਦੀ ਹੈ। ਦੇਹ ਦੀ ਵਰਤੋਂ ਜ਼ਰੂਰ ਕਰਦਾ ਹੈ, ਫਿਰ ਉਸ ਸਰੀਰ ਨੂੰ ਗਰਮੀ ਲੱਗੇ, ਪਸੀਨਾ ਆ ਜਾਏ, ਕੱਪੜੇ ਭਿੱਜ ਜਾਣ, ਭੁੱਖ ਲੱਗੀ ਹੋਵੇ, ਦਰਦ ਹੁੰਦੀ ਹੋਵੇ, ਸਭ ਕੁਝ ਭੁੱਲ ਜਾਏਗਾ, ਕਿਉਂਕਿ ਇਹ ਅੰਦਰੋਂ ਨਿਕਲ ਕੇ ਜਿਹੜੀ ਸੁਰਤ ਸੀ ਉਸ ਦ੍ਰਿਸ਼ ਦੇ ਵਿੱਚ, ਉਹ ਵੇਖਣ ਵਿੱਚ ਇੰਨੀ ਗੜੁੰਦ ਹੋ ਗਈ ਕਿ ਹੁਣ ਸਰੀਰ ਦਾ ਪਤਾ ਹੀ ਨਹੀਂ ਰਿਹਾ। ਉਹਨੂੰ ਕਹਿੰਦੇ ਨੇ ਸੁਣਨਾ, ਉਹਨੂੰ ਕਹਿੰਦੇ ਨੇ ਇਕਾਗਰਤਾ। ਹੁਣ ਇਹ ਤਾਂ ਰੀਤੀ ਰਿਵਾਜ ਹੈ ਨਾ, ਜਿਹਨੂੰ ਅਸੀਂ ਸੁਣਦੇ ਹਾਂ, ਬੜੇ ਘੱਟ ਨੇ ਸਰੋਤੇ। ਇਹਦਾ ਰੀਤੀ ਰਿਵਾਜ ਹੈ ਸਿਰਫ।
ये सारा कुछ पढ़ना गुणना संसार की कार है। गुरु साहब कहते हैं जो कुछ असी इस तरह करने वो संसार के कारज वर्गा रह जाता है। इस करके सतगुरां ने अज बचन कीते कि दूसरी तरह की जिहड़ी स्रोत है जिन्हों असी जपांगे वार वार, जिन्हों असी वार वार ध्यान विच लियावांगे वो साडे मन विच टिक जाएगा। उस नूं कहंदे ने दूसरी तरह का सुनना है, दूसरी तरह की स्रोत है। तो साहब ने बचन कीते कि सुनन दी जाच सिख, अपने अंदरों सुन आवाज़ नूं। फिर कई तरह दियां तेरे मन दे विचों आवाज़ां आउणगियां, उहनूं वेख कित्थे जा रहा है। सतगुरु गुरु नानक साहब सच्चे पातशाह जी ने उस वक्त काजी नूं ये गल समझाई सी जदों सुल्तानपुर दे अंदर मसीत विच चले गए, सारे लोग इकट्ठे हो गए, काजी भी आ गया, दौलत खां भी आ गया, नमाज शुरू हो गई। और काजी ने कहा साडे नाल नमाज पढ़ोगे? सतगुरां ने कहा ठीक है, जे तुसी पढ़ोगे मैं भी पढ़ दियांगा। तो अंदर चले गए, तो लोग सारे इकट्ठे हो गए वेखण वास्ते कि गुरु नानक मसीत विच चले गए ने, मुसलमान हो जाणगे, मुसलमान बन जाणगे। कईयां ने रोकिया भी कि तुसी मुगल नहीं हो, मुसलमान नहीं, किधर जा रहे हो? सतगुरां ने कहा भी मसीत विच जाके जरूरी नहीं सारे मुसलमान बन जाण। आ जिहड़े रोज़ नमाज पढ़ते हैं मुसलमान थोड़ी ने सारे, अजे नहीं बने। मुसलमान दे अर्थ बड़े डूंघे ने। मुसलमान मोम दिल होवे, ये तो रीति रिवाज कर रहे ने, मुसलमान थोड़ी ने। तो अंदर जदों नमाज पढ़ी गई तो गुरु साहब ने इसे गल की उत्थे व्याख्या की कि बंदा जो कुछ बोलता है उन्होंने आप नहीं सुनता, उन्होंने आप उहदा ध्यान उहदे विच नहीं हुंदा। जदों नमाज पढ़ी सतगुरु झुके नहीं, जिवें वो झुकते रहे। तो काजी ने जदों विच विच वेख्या कि गुरु नानक भी झुकते नहीं, नमाज नहीं पढ़ रहे, तो ये तो बड़ी तोहीन कर दी है ना नमाज की। तो उन्होंने काली काली विच गुस्से विच नमाज पढ़ी। नमाज पढ़दियां सार टुट के पै गए क्रोध विच, कहन लगे तुसी साडे धर्म की इन्नी तोहीन कीती कि खड़े होके नमाज नहीं पढ़ी। सतगुरां ने कहा मेरे नाल तुसां जिहड़ा एग्रीमेंट कीता सी, समझौता कीता सी, वो ये सी कि मैं तुहाडे नाल नमाज पढ़ांगा। उन्हें कहा फिर मेरे नाल ही पढ़ लेंदे। कहन लगे तुहाडे नाल किवें पढ़दा, तुहाडा ते इत्थे चमदा बोती खड़ा सी, मूँह तो बोल रहा सी, तुसी तां विच है ही नहीं सी इत्थे, शरीर तुहाडा है सी इत्थे। हुण उहनूं की पता भी ये की गल कह रहे हैं, कदी ये सोची ही नहीं आदमी ने। वैसे बंदे दा धार्मिक बंदे दा जीवन भी बाहरलियां रीति रिवाजां नूं निभाउण तक सीमित रह जांदा है। कदी नहीं सोचदा कि जो कुछ मैं कर रहा उहदा ढंग तरीका भी ठीक है कि नहीं, उहदी जुगत भी ठीक है कि नहीं, किते उहनूं मैं अधूरे अधूरे नूं करी जा रहा। कदी वो मकान बनिया जिहदे उत्ते कोई आके एक अद्धी इट धर जाए हर रोज़, तीसरे दिन आए उहनूं भी ढा जाए। वो एक खंडहर ते हो सकता है, वो मकान नहीं बन सकता। तो धर्म के मार्ग ते भी बंदा एक अद्धा रोड़ा रोज़ ही वगा जाता है, बस फिर चौथे पंजवें दिन ढा भी देंदा, जिहड़े 2-4 वार लगते हैं। तो सतगुरां ने क्या काजी साहब तुसी इत्थे नहीं सी, मैं कित्थे सी? कहन लगे शरीर तुहाडा नमाज पढ़दा सी, मूँह तुहाडा बोल रहा सी, ते जिन्ने अंदरों नमाज पढ़नी सी वो ते घर विच विशेरे दा रस्सा फड़ी फिरदा सी। तुहाडे घर नमाज पढ़दियां पढ़दियां तुहानूं चेता आ गया कि घर विच घोड़ी दा छोटा जिहा बच्चा खुला रह गया। तुहाडे घर नमाज पढ़दियां पढ़दियां तुहानूं चेता आ गया कि घर विच घोड़ी दा छोटा जिहा बच्चा खुला रह गया, बंधना ख्याल नहीं आया, काली विच आ गए।
क्योंकि अज तुहानू बड़ा चाह सी कि गुरु नानक नू मुसलमान बनाउणा है, विछेरा बंधना भुल गए। पर जदों नमाज पढ़न लगे ध्यान फिर विछेरे वल चला गया, तो तुसी उत्थे ही हो जिथे तुहाडा ध्यान हुंदा है। इस करके नमाज तुसी नहीं पढ़ी। काजी दे पैर हिल गए, कहन लगा वाकई गल ये है। चुप कर गया और चुप तां कीता भी जे बहस कीती इस बाबे दा की पता है कदी होर सुना दे भी मैं की कर रहा सी। करदे ते असीं अंदरों बहुत कुछ है ना, एक कदी होर सुना दी तो जिहड़ा इत्थे ड्यूटी चलदी वो भी जाती रहेगी। बहुत कुछ है अंदर आदमी दे। इस करके थोड़ा जिहा चुप ही करना उन्हें ठीक समझ गया। कहन लगे ठीक है। और इसे गल नूं मुकाउण वास्ते गुरु साहब ने प्रबंध किया सी। गुरु अमरदास जी ने कहा भाई पहला पंगत फिर संगत। पूछया क्यों महाराज? कहन लगे पहला इनू रजा लो शरीर नूं, इत्थे आके घड़ी टिक के बैठ जाएगा। जे तुसी पहला पंगत विच ना गए, लंगर ना छकिया, ध्यान तुहाडा लंगर विच ही रहना, इसलिए पहला मुका के आओ। तो यह भी एक तरीका है कि गुरु की गल सुनने वास्ते आना है तो दूसरे काम जिहड़े असीं करने ने उन्होंने करके आना चाहिए और पूरी तरह आना चाहिए। जे ध्यान पिछे रहा तो उहदे कोई अर्थ नहीं हैं। और मिथ के आना चाहिए, समा बना के आना चाहिए। किसी भी काम नूं करिए तां गुरु अमरदास जी ने यह सिस्टम बनाया सी कि पहला पंगत फिर संगत, ताकि शरीर नूं पहला तृप्त कर लिया जाए। इहदी जिहड़ी जरूरत है, इन्हें जो कुछ खाना है, इनू पहला रजा दिओ। पर पूरा जिहा रजाउण दे अर्थ ये नहीं कि उन्होंने पूरी तरह सिर्फ उहदा शरीर जिहड़ा है काम करे। ये ना होवे कि अगे पिछे तो सिख रौला पाउंदा रहे, संगरांद वाले दिन चंगा खाण नूं मिल जाए तो सारा दिन बोले ही ना, इन्ना खा लिया। संगरांद वाले दिन कोई आवाज़ ना आवे। तो ये तरीके बनाए गुरु नानक साहब जी ने। फिर काजी नूं भी समझाया, दौलत खां नूं भी कहा भी तुम भी दूर से बड़ी साखियां तुसां बहुत बारी सुनिया ने। गल कहण दा मतलब की है कि आदमी जिहड़ी गल नूं बोलदा सुनदा ते गाउंदा ते विचारदा उहनूं आप नहीं सुनदा। दूसरा तरीका है जो कुछ असी जपने उन्होंने आप सुनना। तो गुरु अमरदास सच्चे पातशाह जी ने एक पौड़ी कही आनंद साहब दे विच, तुसी हर रोज़ पढ़ते हो। उहदे विच हजूर ने एक बचन किया, कहन लगे सतगुरु बिना होर कच्ची है बाणी, बाणी तां कच्ची सतगुरु बाजों होर कच्ची बाणी। ये कच्ची बाणी किहड़ी है? कहंदे कच्चे, इनू बोलन वाले कच्चे ने, कहंदे कच्चे सुनदे कच्चे, कच्ची आख वखाणी। महाराज बाणी भी कच्ची हो जाती है। बाणी जिहड़ी वो तो बड़ी उच्ची चीज़ है। कहन लगे हाँ जे पढ़न वाले का तरीका गलत होया फिर वो बाणी उन्होंने काम नहीं देगी। क्योंकि हर हर नित करें रसना, कया कछु ना जानी। जो कुछ अपने मुँह तो हर हर कह रहे ने, वैगुरु वैगुरु कर रहे ने, कोई राम राम कर रहा है, कोई अल्लाह अल्लाह कर रहा है, हर हर नित करें, हर रोज़ करते ने, कोई शक नहीं। रसना नाल कहया, पर जो कुछ मूँह तो कह रहे ने कछु ना जानी, उन्हां दे मन ने उन्होंने बिल्कुल जाने नहीं, उहदे विच ध्यान नहीं गया। चित जिनका हिर लया माया, बोलन पै रवाणी। रवाणी एक चाल है, रुवाल छंद तुसी जाप साहब विच पढ़दे हो, उहदी एक चाल है। बोलन पै रवाणी, रवाणी का मतलब हुंदा रवा हो जाना, किसी चीज़ का अपने आप चली जाना। उन्हें चली जाना तो वह पता भी ना लगना चल रही है। जिमें शुरू होना जपजी साहब ने आरंभ तो समाप्ति हो जानी तो पढ़न वाले नूं पता भी नहीं लगना विच की क्या है। उन्होंने कहते ने बोलन पै रवाणी, बोली जा रहा है पर जो कुछ बोलता है उन्होंने आप सुनते ही नहीं। तो इस तरह का बोलिया होया, इस तरह का सुनिया होया भी प्रवान नहीं हुंदा, जिहदे विच बंदा आप शामिल नहीं।
जिहदे विच वो आप नहीं जुड़िया होया। आ गुरु हरगोबिंद साहब सच्चे पातशाह जी का एक बड़ा प्यारा सिख होया है। उन्हां तो एक संप्रदा भी चली, सुथरे शाही उन्होंने कहते हैं। बड़ा मस्त सी वो गुरमुख प्यारा गुरसिख। ते सुथरे शाह ब्रह्म ज्ञान नूं प्राप्त हो गया, पढ़िया नहीं सी ज़्यादा। उन्होंने तां ਉਹਦੇ माँ बाप भी सड़क ते छड्ड गए सी जन्म देण तो बाद, ते गुरु हरगोबिंद साहब जी ने चुक लिया। कश्मीर गए सन जद किसी ने जन्म दिता तो उन्हां कोल उहनूं पालण दा प्रबंध भी नहीं सी, किनारे ते रख दिता। ते गुरु हरगोबिंद साहब ने चुकिया, मिट्टी नाल कपड़े उहदे भरे होए सन। अजे बच्चा सी सिर्फ महीने दा, रोण दी आवाज़ आ रही सी। तो जदों सामने लियाए तो सतगुरां ने चुक लिया, गोद विच हत्थां विच चुक के उहदे मत्थे तो मिट्टी झाड़न लग पे। सिखां ने कहा महाराज मैला है, सुभावक क्या असीं इहनूं साफ कर दईए, ये मैला है, तुसीं ना इहनूं फड़ो, तुहाडे वस्त्र ने खराब हो जाणगे। गुरु साहब के मुखार बिंद तो बचन निकलिया, कहन लगे मैला नहीं है तो सुथरा है। सुथरे का मतलब साफ होंदा है। उहदा नाम उतों ही पै गया भाई सुथरा। ये भाई सुथरा इन्ना सीधा आदमी से, इन्ना सरल आदमी से कि इनू बड़ी जल्दी गुरु की बख्शिश इहदे मन विच टिक गई। तो एक दिन ये घटना वापरी, पिछे दीवान विच आया, कीर्तन चल रहा सी, पिछे बैठ गया। कई बारी इहदियां बहुत सारे इहदे अजीब तरीके सन समझाउण दे। थोड़ा चिर बैठा, थोड़ा चिर बैठण तो बाद उठिया, संगत बैठी हुई सी। खड़ा होके दो चार आदमी सन, उन्होंने दो चार गालां कढ़ियां ते बाहर चला गया, दौड़ गया। जदों बाहर गया कुदरती तौर पर जदों गालां कढ़ियां तो ध्यान इकागर हो ही जाना। जिहड़ी चीज़ बंदे दे अंदर है ना, उहदे ते बाहर ध्यान इकागर ज़्यादा हुंदा है। बड़ा क्रोध पैदा हो गया, बड़े लोग इकट्ठे हो गए। गुरु हरगोबिंद साहब कोल चले गए, कहन लगे आ जिहड़ा तुसीं एक सिख पालिया ना, इनू कोई तरीका नहीं, संगत विच जाके गालां कढ़ के आया, कबूल बोल के आया सुन वालियां नूं, ਸਰੋਤਿਆਂ नूं, गुरसिखां नूं। क्योंकि तुहानूं पता है ਸਰੋਤੇ ਜਿਹੜੇ ने वो अपने आप नूं कई बारी बहुता ज्ञानवान समझण लग जांदे। तो उन्होंने जाके जदों क्या शिकायत की तो गुरु हरगोबिंद साहब जी ने बुलाया भाई सुथरे शाह नूं, कहन लगे सुथरे शाह ये की कहंदे ने, तू इन्हां नूं कबूल बोले ने सिखां नूं। तो उन्होंने फिर अपना तरीका वरत्या, कहन लगे महाराज इन्हां नूं ये पुछ के वेखो, जदों मैं इन्हां नूं गालां कढ़ियां सन उदों शब्द किहड़ा चलदा सी, कीर्तन दे विच किहड़ा शब्द चल रहा सी। जदों पुछया तो हुण शब्द वल ते ध्यान होवे ते तां पता लगे ना भी अज की होया है, अज की पढ़ाया गया सी, अज क्लास विच किहड़ा मैटर सी। उहदे विच तां बंदे दी कोई सुरत होवे, ਉਹ ਤਾਂ ਜਿਵੇਂ ਆਪਾਂ ਕਹਿੰਦੇ ਆ ਵੀ ਪੰਜਾਬੀ ਵਿੱਚ ਕਹਿੰਦੇ ਨੇ ਗੱਡੇ ਨੂੰ ਕੱਟਾ ਬੰਨਿਆ ਹੋਇਆ, ਉਹ ਗੱਲ ਹੈ ਕਿ ਜਿਹੜਾ ਵੱਛਾ ਤੁਰਦਾ ਨਹੀਂ ਉਹਨੂੰ ਗੱਡੇ ਦੇ ਪਿੱਛੇ ਬੰਨ੍ਹਦੇ ਨੇ, ਉਹ ਧੂ ਕੇ ਲਿਆਉਂਦੇ ਨੇ ਗਲੇ ਤੋਂ। ਆਉਣਾ ਨਹੀਂ ਚਾਹੁੰਦਾ, ਤੁਰਨਾ ਨਹੀਂ ਚਾਹੁੰਦਾ, ਤਾਂ ਉਹ ਉਧਰ ਉਹਦਾ ਧਿਆਨ ਨਹੀਂ, ਸਰੋਤ ਨਹੀਂ, ਅੰਦਰ ਸੁਰਤ ਨਹੀਂ ਜਾਗੀ। ਤਾਂ ਉਹਨਾਂ ਨੇ ਹੱਥ ਜੋੜੇ, ਮਹਾਰਾਜ ਸਾਨੂੰ ਨਹੀਂ ਪਤਾ। भाई सुथरा कहता महाराज इन्हों गालों का चेता रह गया, शब्द क्यों नहीं चेते रहा, पुछ के वेखो इन्हों। चलो मैं तो कोई गलती कर ली, पर मैं गालां तां कढ़ियां सन, मैं इन्हां दी हालात वेखी सी। कोई इधर नूं मूँह करके बैठा है, कोई आपस में गल्लां करी जा रहा है, कोई अद्धा को सुता होया है, कोई एक दूजे दे कपड़े वेखी जा रहा है, कोई एक दूजे नाल हसी जा रहा है। वेख के मैनू क्रोध आ गया, कुदरती मैनू मन विच आ गया भी ये तो गुरु के दरबार की मर्यादा तो ही बाहर जा रहे हैं, ये तो मर्यादा नूं निभा ही नहीं रहे। एक सधारण टीचर जिहड़ा है स्कूल दे विच, उहदे विच बच्चे बिल्कुल अनुशासन विच रहणगे,
ਅਸੀਂ ਕਵਾਂਗੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਾਦਸ਼ਾਹ ਦਾ ਬਾਦਸ਼ਾਹ, ਹਜ਼ੂਰੀ ਵਿੱਚ ਜੋ ਮਰਜ਼ੀ ਕਰੀ ਜਾਈਏ, ਕੋਈ ਪਰਵਾਹ ਨਹੀਂ ਹੈ। ਤਾਂ ਇਸ ਤਰ੍ਹਾਂ ਉਹ ਸਰੋਤ ਜਿਹੜੀ ਮੈਂ ਅਰਥ ਕਰਨ ਦਾ ਯਤਨ ਕਰਾਂ ਕਿ ਬੰਦੇ ਦੇ ਅੰਦਰ ਜਿਹੜੀ ਸੁਣਨ ਦੀ ਸ਼ਕਤੀ ਹੈ ਨਾ, ਉਹ ਧਿਆਨ ਦੁਆਰੇ ਜਾਗਦੀ। ਜਦੋਂ ਦੂਸਰੀ ਅਵਸਥਾ ਗੁਰੂ ਸਾਹਿਬ ਕਹਿ ਰਹੇ ਕਿ ਜਿਨ੍ਹਾਂ ਨੂੰ ਆਪਣੇ ਅੰਦਰੋਂ ਮਨ ਦੀ ਆਵਾਜ਼ ਸੁਣਨ ਦੀ ਜਾਚ ਆ ਜਾਏ, ਮਨ ਦੇ ਵਿੱਚੋਂ ਕੀ ਨਿਕਲ ਰਿਹਾ, ਕਿਹੜੀਆਂ ਆਵਾਜ਼ਾਂ ਆ ਰਹੀਆਂ, ਜਿਹੜਾ ਆਦਮੀ ਉਹਨਾਂ ਨੂੰ ਸੁਣ ਲੈ, ਉਹਨਾਂ ਬਾਰੇ ਹਜ਼ੂਰ ਕਹਿੰਦੇ ਸੁਣੀਐ ਈਸ਼ਰ ਬਰਮਾ ਇੰਦ। ਇਹ ਜਿਹੜੀਆਂ ਤਿੰਨ ਸ਼ਕਤੀਆਂ ਨੇ, ਇਹਨਾਂ ਕੋਲ ਬੜੀਆਂ ਤਾਕਤਾਂ ਮੰਨੀਆਂ ਗਈਆਂ ਨੇ। ਲੋਕ ਇਹਨਾਂ ਦੀ ਪੂਜਾ ਕਰਦੇ ਨੇ ਹਜ਼ਾਰਾਂ ਦੀ ਗਿਣਤੀ ਵਿੱਚ, ਲੱਖਾਂ ਦੀ ਗਿਣਤੀ ਵਿੱਚ। ਤੇ ਗੁਰੂ ਸਾਹਿਬ ਨੇ ਕਿਹਾ ਜਿਨ੍ਹਾਂ ਨੂੰ ਆਪਣੇ ਮਨ ਵਿੱਚੋਂ ਸੁਣਨ ਦੀ ਜਾਚ ਆ ਗਈ, ਤਰੀਕਾ ਆ ਗਿਆ, ਉਹਨਾਂ ਨੂੰ ਇਹਨਾਂ ਦੇਵਤਿਆਂ ਵਾਲੀਆਂ ਸ਼ਕਤੀਆਂ ਦਾ ਗਿਆਨ ਸਹਿਜੇ ਹੋ ਗਿਆ। ਇੰਨੀ ਤਾਕਤ ਉਹਨਾਂ ਕੋਲ ਆ ਗਈ। ਸੁਣਿਆ ਈਸ਼ਰ ਬ੍ਰਹਮਾ ਇੰਦ, ਇਹ ਤਿੰਨ ਦੇਵਤਿਆਂ ਦਾ ਨਾਮ ਹੈ। ਫਿਰ ਬਚਨ ਕਿਹਾ ਸੁਣਿਆ ਮੁਖ ਸਾਲਾਹਣ ਮੰਦ। ਮੰਦ ਕਹਿੰਦੇ ਨੇ ਮੰਦ ਬੁੱਧੀ ਵਾਲੇ ਨੂੰ, ਜਿਹਦੇ ਕੋਲ ਕੋਈ ਗਿਆਨ ਨਹੀਂ ਸੀ। ਜਿਨ੍ਹਾਂ ਨੇ ਨਾਮ ਜਪਿਆ ਤੇ ਫਿਰ ਨਾਮ ਨੂੰ ਅੰਦਰੋਂ ਸੁਣਨਾ ਸ਼ੁਰੂ ਕਰ ਦਿੱਤਾ, ਜਿਨ੍ਹਾਂ ਦੀ ਸੁਰਤ ਜਾਗ ਪਈ। ਅੱਜ ਦਾ ਜਿਹੜਾ ਵਿਸ਼ਾ ਹੈ ਮੈਂ ਇਹ ਲੈ ਰਿਹਾ ਕਿ ਸਾਡੇ ਅੰਦਰ ਸਰੀਰ ਦੇ ਵਿੱਚ ਇੱਕ ਸੁਰਤ ਨਾਮ ਦਾ ਯੰਤਰ ਹੈ, ਜਿਹੜਾ ਬੰਦ ਪਿਆ ਹੈ, ਉਹਨੂੰ ਚਲਾਉਣਾ ਹੈ ਪਹਿਲਾਂ ਸਭ ਤੋਂ। ਉਹਦੇ ਵਿੱਚੋਂ ਫਿਰ ਆਹ ਜਿਹੜੀਆਂ ਚੀਜ਼ਾਂ ਅਸੀਂ ਭਾਲਦੇ ਫਿਰਨੇ ਆ ਨਾ, ਉਹਦੇ ਵਿੱਚ ਕਲਾ ਵੀ ਆਉਂਦੀ ਏ, ਕੀਰਤਨ ਵੀ ਆਉਂਦਾ, ਸਭ ਕੁਝ ਆਉਂਦਾ। ਅਸੀਂ ਕਹਿੰਦੇ ਆ ਨਾ ਵੀ ਸਾਡੀ ਬੁੱਧੀ ਮੰਦ ਹੈ। ਸਾਰੀ ਤਰ੍ਹਾਂ ਦੀ ਕਲਾ ਸੁਰਤ ਦੇ ਵਿੱਚ ਬੰਦ ਪਈ ਹੋਈ ਹੈ, ਧਿਆਨ ਰੱਖਣਾ। ਜਿਹੜੀ ਸਾਡੇ ਅੰਦਰ ਸੁਰਤ ਹੈ ਨਾ, ਚਾਰ ਅਵਸਥਾਵਾਂ ਨੇ, ਚਾਰ ਕਨਸੈਪਟ ਨੇ ਜੀਵਨ ਦੇ, ਜਿਹਦੇ ਵਿੱਚ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਇਹ ਚਾਰੇ ਦੀਆਂ ਚਾਰੇ ਸਾਡੀਆਂ ਅਜੇ ਬੰਦ ਪਈਆਂ ਹੋਈਆਂ ਨੇ। ਜਿਉਂ ਜਿਉਂ ਸ਼ਬਦ ਦੀ ਚੋਟ ਲੱਗੇਗੀ, ਬੰਦਾ ਸੇਵਾ ਕਰੇਗਾ, ਇਹ ਸੁਰਤ ਖੁੱਲ੍ਹੇਗੀ ਅੰਦਰੋਂ। ਜਿਉਂ ਜਿਉਂ ਖੁੱਲ੍ਹੇਗੀ, ਇਹਦੇ ਵਿੱਚ ਹੀ ਗਿਆਨ ਹੈ, ਇਹਦੇ ਵਿੱਚ ਹੀ ਧਿਆਨ ਹੈ, ਇਹਦੇ ਅੰਦਰ ਹੀ ਸ਼ਕਤੀ ਹੈ, ਇਹਦੇ ਵਿੱਚ ਹੀ ਕੀਰਤਨ ਦੀ ਕਲਾ ਹੈ, ਸਭ ਕੁਝ ਇਹਦੇ ਵਿੱਚ ਹੀ ਪਿਆ ਹੋਇਆ। ਇਹ ਖਜ਼ਾਨਾ ਹੈ ਸੁਰਤ ਜਿਹੜੀ ਹੈ। ਤਾਂ ਜੇ ਕੁਝ ਵੀ ਚਾਹੀਦਾ ਹੈ ਤਾਂ ਸੁਰਤ ਨੂੰ ਜਗਾਉਣਾ ਹੈ, ਤਾਂ ਮਿਲੇਗਾ ਉਹ ਜੋ ਕੁਝ ਅਸੀਂ ਭਾਲਨੇ ਆ। ਪਰ ਅਸੀਂ ਸੁਰਤ ਨੂੰ ਨਹੀਂ ਜਗਾ ਰਹੇ। ਸੁਰਤ ਜਗੇਗੀ ਸ਼ਬਦ ਦੇ ਅਭਿਆਸ ਦੇ ਨਾਲ। ਤਾਂ ਜਿਨ੍ਹਾਂ ਨੇ ਆਪਣੀ ਸੁਰਤ ਨੂੰ ਜਗਾ ਲਿਆ, ਹਜ਼ੂਰ ਕਹਿੰਦੇ ਸੁਣਿਆ, ਸੁਣਨ ਲੱਗ ਪਏ। ਉਹ ਸੁਣਨ ਦੇ ਨਾਲ ਕੀ ਹੋਇਆ? ਮੁਖ ਸਲਾਹਣ ਮੰਦ। ਜਿਨ੍ਹਾਂ ਦੀ ਬੁੱਧੀ ਬਿਲਕੁਲ ਮੰਦ ਸੀ, ਬਿਲਕੁਲ ਮੂਰਖ ਸਨ, ਜਿਨ੍ਹਾਂ ਨੂੰ ਕੁਝ ਨਹੀਂ ਸੀ ਆਉਂਦਾ, ਲੋਕ ਕਹਿੰਦੇ ਸਨ ਇਹ ਕੁਝ ਨਹੀਂ ਕਰ ਸਕਦੇ। ਜਦੋਂ ਉਹਨਾਂ ਨੇ ਨਾਮ ਨੂੰ ਸੁਣਿਆ ਆਪਣੇ ਅੰਦਰੋਂ, ਤਾਂ ਉਹ ਸਲੌਤਾ ਕਰਨ ਦੇ ਯੋਗ ਹੋ ਗਏ। ਉਹਨਾਂ ਨੂੰ ਬੰਦਗੀ ਕਰਨ ਦੀ ਕਲਾ ਆ ਗਈ, ਸਮਝ ਆ ਗਈ। ਪਿੰਗਲ ਪਰਬਤ ਪਾਰ ਪਰੇ। ਇੱਕ ਪਿੰਗਲਾ ਵੀ ਕਦੀ ਪਹਾੜ ਤੇ ਚੜਿਆ ਵੇਖਿਆ? ਗੁਰੂ ਸਾਹਿਬ ਕਹਿੰਦੇ ਚੜ ਜਾਂਦਾ ਸੁਣਨ ਦੇ ਨਾਲ। ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ। ਬਕੀਤਾ ਕਹਿੰਦੇ ਨੇ ਵਕਤੇ ਨੂੰ, ਖਲ ਕਹਿੰਦੇ ਨੇ ਮੂਰਖ ਨੂੰ। ਇੱਕ ਮੂਰਖ ਬੜਾ ਚਤੁਰ ਵਕਤਾ ਬਣ ਸਕਦਾ ਹੈ, ਜਿਹਨੂੰ ਲੋਕ ਕਹਿੰਦੇ ਹੋਣ ਇਹ ਤਾਂ ਗੱਲ ਹੀ ਨਹੀਂ ਕਰ ਸਕਦਾ ਬਿਲਕੁਲ, ਜਿਹਨੂੰ ਲੋਕ ਕਹਿੰਦੇ ਇਹਨੂੰ ਗੱਲ ਆਉਂਦੀ ਹੀ ਨਹੀਂ ਬਿਲਕੁਲ, ਇਹਦੇ ਕੋਲ ਕੁਝ ਵੀ ਨਹੀਂ ਹੈ। ਜੇ ਉਹ ਬੰਦਾ ਸੁਣਨ ਦੀ ਸ਼ਕਤੀ ਨੂੰ ਪ੍ਰਾਪਤ ਕਰ ਲਵੇ ਤਾਂ ਉਹ ਚਤੁਰ ਵਕੀਤਾ ਬਹੁਤ ਵੱਡਾ ਕਲਾਵਾਨ ਵਿਅਕਤੀ ਬਣ ਸਕਦਾ ਹੈ। ਨਾਮ ਸੁਣਨ ਵਿੱਚ ਇੰਨੀ ਬਰਕਤ, ਇੰਨੀ ਸ਼ਕਤੀ ਹੈ। ਸੁਣਿਆ ਮੁਖ ਸਲਾਹਣ ਮੰਦ। ਮੰਦ ਬੁੱਧੀ ਵਾਲੇ ਮਨੁੱਖ, ਜਿਨ੍ਹਾਂ ਦੇ ਕੋਲ ਕੁਝ ਵੀ ਨਹੀਂ ਸੀ, ਜਿਨ੍ਹਾਂ ਨੂੰ ਕੋਈ ਕਲਾ ਨਹੀਂ ਸੀ ਆਉਂਦੀ, ਜਦੋਂ ਉਹਨਾਂ ਨੇ ਨਾਮ ਨੂੰ ਸੁਣਿਆ ਤਾਂ ਉਹਨਾਂ ਦੀ ਸੁਰਤ ਜਾਗ ਪਈ ਅੰਦਰੋਂ। ਜਦੋਂ ਸੁਰਤ ਜਾਗੀ ਤਾਂ ਉਹਨਾਂ ਦੇ ਵਿੱਚ ਗਿਆਨ ਪ੍ਰਗਟ ਹੋ ਗਿਆ। ਫਿਰ ਅੱਗੇ ਹਜ਼ੂਰ ਨੇ ਬਚਨ ਕੀਤੇ, ਕਹਿੰਦੇ ਸੁਣਿਆ ਜੋਗ ਜੁਗਤ ਤਨ ਭੇਦ। ਇਹ ਜੋਗ ਜੁਗਤ ਦੇ ਅਰਥ ਨੇ ਜੋਗੀਆਂ ਵਾਲੀਆਂ ਜੁਗਤੀਆਂ। ਤਨ ਦਾ ਅਰਥ ਹੈ ਸਰੀਰ,
भेद का अर्थ है ज्ञान। जे कोई मनुख अकाल पुरख वाहिगुरू दे नाम नूं अपने अंदरों सुन लैंदा है, जिहदी सुरत काम करन लग पैंदी है, फिर वो सुरत द्वारा अपने ही शरीर नूं अंदरों भी वेख लैंदा है कि मेरे शरीर दे विच कित्थे की है, शरीर किवें चल रहा है, श्वास किवें चल रहे ने। तुसीं कबीर जी की बाणी पढ़ के वेखो, किते योग नहीं करन गए हो, किते भी उन्होंने सिखिया नहीं योग किवें करीदा, कुछ नहीं सिखिया, सिर्फ साध संगत कीती ते घर विच नाम जपिया सादगी नाल। उन्हां दी बाणी पढ़ के वेखो, उस बाणी दे अंदर योग मत दे जिहड़े तौर तरीके ने उन्हां दी बड़ी व्याख्या की गई है भी वो किवें करदे ने। असीं दुविधा विच पै गए, अद्धियां ने कह दिता वो तो योग द्वारा उन्होंने प्राप्त किया, हठ योग किया सी, उन्होंने इस तरह योग किया सी। दूसरिया ने कह दिता भी ये जिहड़े शब्द ने योग नाल संबंधित ही कोई नहीं हैं। जिहड़ी उन्होंने व्याख्या की असल विच वो प्राप्ति तो की उन्होंने नाम द्वारा, पर जिहड़ा नामी मनुख है ना, जिहड़ा नाम विच जुड़ गया, जिस दी सुरत कुदरती तौर ते उन्होंने सारी तरह की विद्या ते ज्ञान उहदे हत्थां विच आ जांदा, उन्होंने योग दीयां जुगतियां दी भी समझ आ जाती कि जोगी किवें जुड़दे ने। वो जदों किसी की भी व्याख्या करेगा दूसरे मजहबां की भी व्याख्या कर देगा, क्योंकि ज्ञान है ना उहदे कोल, ज्ञान द्वारा हर एक चीज़ नूं वेख लैंदा है। हुण एक जिहड़ा शरीर दा विग्यानक है वो ये थोड़ी भी एक शरीर नूं वेखेगा दूसरे नूं नहीं वेख सकदा, सारियां नूं वेख सकदा है। इस तरह जिहदे मन विच नाम वस गया उन्होंने ज्ञान दे हर एक सिरे पहचान विच आ गए, जिन्हों कहते दिव्य दृष्टि का मिल जाना, उन्हां अखां दा मिल जाना जिहदे नाल दूसरे बंदे नूं वेख लेना ते अपने आप नूं वेख लेना, अंतरजामी जिन्हों कहते हो जाना, सब कुछ जान लेना। और ये गल्लां गुरु ग्रंथ साहिब ने बाणी विच कहियां कि गुप्त प्रगट सब जानिए जे मन राखै ठाए। जरूरी नहीं कि बंदे दे अंदर जो है वो बाहर प्रगट ना करे तो वो गुप्त रह जाएगा, नहीं रह सकता। हाँ, ये गुरु साहब ने एक सिख नूं समझाया भी किसी का पर्दा नहीं लाउणा, वेख सकता है अंदरों जो कुछ दूसरे दे अंदर वरत रहा है, उहदे अंदर दी हालत नूं पढ़ना कोई बहुत ही वड्डी गल नहीं, भगत वास्ते जान सकता है, क्योंकि अकाल पुरख वाहिगुरू आप अंतरजामी है, जिहड़ा उहदे नाल जुड़ गया वो भी सब कुछ जानता है। आने वाले समय दी ये आदमी सोच की रहा है, इहदे अंदर की चल रहा है, सब कुछ जानता है। हाँ, ये गुरु का हुक्म है कि हद विच रह के सधारण रहना है, किसी बंदे का पर्दा नहीं लाउणा भी की चल रहा है, नहीं तो बहुत कुछ निकल आएगा, नहीं तो इन्ना कुछ निकलेगा भी आदमी शायद अशरदक ही हो जाए, दौड़ ही जाए भी ये तो सारे पर्दे खुल गए। तो सुनन दे नाल योग दियां जुगतियां आदिक जिन्ना भी है ज्ञान, ये सारा नाम द्वारा ही प्राप्त हो जाता। शरीर का सर्कल किवें चलदा है, शरीर विच भुख कित्थे है, नींद कित्थे है, श्वास किवें चलदे ने, सहजे ही ऐसे मनुख नूं उहदी प्राप्ति हो जाती। जिहड़ा सधारण तौर ते सिੱਖੀ नूं कमाउंदा है, गुरु के चरनां दा सहारा लैके सेवा और सिमरन दा जो मनुख सहारा लैंदा है, ये दातां शरीर दा ज्ञान उन्होंने सहजे ही प्राप्त हो जाता। अगे साहब ने बचन कीते, कहंदे सुनिया शास्त्र सिमरत वेद, जिहदी सुरत जाग पई, जिन्हों सुनन दी जाच आ गई, ओदी फिर अकल जिहड़ी है बिल्कुल लतीफ हो गई। लतीफ का मतलब बरीक, अकल घड़ी जाएगी, ओदी ज्ञान आएगा ओदे विच। आ जिहड़े जिन्नी भी कला है आपां सिखने आ ना, एक तरीका है भी अपनी मेहनत करनी, अपना दिमाग लाउणा भी मैं सीखना है, एक वो तरीका है। एक दूजा तरीका है भी मेहनत करनी पर सहारा गुरु दा लैके सिੱਖੀ कमाउणी।
ਇਹਦੇ ਵਿੱਚੋਂ ਚੁਣ ਲੈਣਾ ਹੁਣ ਕਿਹੜਾ ਕਰਨਾ। ਇੱਕ ਗੱਲ ਯਾਦ ਰੱਖੋ, ਸਿੱਖੀ ਕਲਾ ਨਹੀਂ ਹੈ ਕਿ ਮੈਂ ਇਹਨੂੰ ਮਿਹਨਤ ਕਰਕੇ ਸਿੱਖ ਜਾਵਾਂਗਾ। ਕੀਰਤਨ ਵੀ ਕਲਾ ਨਹੀਂ ਹੈ, ਇਹ ਮਤ ਭਰਮ ਵਿੱਚ ਪੈਣਾ। ਔਰ ਅਸੀਂ ਕਲਾ ਸਿੱਖੀਆਂ ਨੇ, ਬਹੁਤ ਸਾਰੀਆਂ ਆਉਂਦੀਆਂ ਨੇ। ਇਹ ਸਾਡਾ ਆਪਣਾ ਵਿਸ਼ਾ ਹੋ ਸਕਦਾ ਹੈ, ਲੋਕਾਂ ਦੇ ਮਨ ਵਿੱਚ ਇਹ ਗੱਲ ਨਹੀਂ ਵਸੇਗੀ। ਯਾਦ ਰੱਖਣਾ, ਭਾਈ ਮਰਦਾਨਾ ਵੀ ਰਾਗ ਗਾਉਂਦੇ ਸਨ, ਪਰ ਜਿੱਥੇ ਗਏ ਤਾਰ ਇੱਕ ਵਾਰੀ ਹਿਲਾਈ, ਜਿਹੜਾ ਆਇਆ ਪਰਤ ਕੇ ਉੱਠਿਆ ਨਹੀਂ, ਗਿਆ ਨਹੀਂ ਹੈ। ਉੱਥੇ ਹੀ ਧਿਆਨ ਉਹਦਾ ਜੁੜ ਗਿਆ ਉਸ ਤਾਰ ਦੇ ਵਿੱਚ। ਰਬਾਬ ਤਾਂ ਉਹੀ ਸੀ ਨਾ, ਰਬਾਬ ਉਹੀ ਸੀ ਜਿਹੜੀ ਹੁਣ ਹੈ। ਰਬਾਬ ਉਹੀ ਸੀ, ਪਰ ਜਿਹੜੀਆਂ ਉਂਗਲਾਂ ਉੱਤੇ ਫਿਰਦੀਆਂ ਸਨ ਉਹਨਾਂ ਦੇ ਵਿੱਚ ਕੁਝ ਆਇਆ ਸੀ। ਜਿਹੜੇ ਸਰੀਰ ਨੇ ਉਹ ਫੜੀ ਹੋਈ ਸੀ, ਉਹ ਸਰੀਰ ਕੁਝ ਹੋਰ ਸੀ। ਰਬਾਬ ਦਾ ਸਵਾਲ ਨਹੀਂ ਹੈ, ਰਾਗ ਦਾ ਸਵਾਲ ਨਹੀਂ, ਸਵਾਲ ਬੰਦੇ ਦਾ ਵੀ ਨਾਲ ਖੜਾ ਹੈ। ਉਹ ਆਦਮੀ ਕਿਵੇਂ ਦਾ ਹੈ? ਰਬਾਬ ਤਾਂ ਸੁਰ ਕਰ ਲਈ, ਪਰ ਜਿਹਨੇ ਵਜਾਉਣੀ ਹੈ ਉਹ ਆਪ ਵੀ ਸੁਰ ਹੋਇਆ ਕਿ ਨਹੀਂ? ਉਹਦਾ ਜੀਵਨ ਕਿਵੇਂ ਦਾ ਹੈ? ਕਲਾ ਤਾਂ ਆ ਗਈ, ਅੱਖਰ ਤਾਂ ਸਿੱਖ ਲੈ, ਵਿਆਕਰਣ ਵੀ ਸਿੱਖ ਲਈ, ਅਰਥ ਕੀ ਨਿਕਲਦੇ ਨੇ ਗੁਰਬਾਣੀ ਦੇ, ਪ੍ਰਮਾਣ ਜੋੜ ਜੋੜ ਕੇ ਲੈਸਨ ਵੀ ਬਣਾ ਲੈ, 1.5 2 ਘੰਟੇ ਜਾਂ 1 ਘੰਟਾ ਕਥਾ ਵੀ ਕਰ ਦਿੱਤੀ। ਪਰ ਸਵਾਲ ਇਹ ਹੈ ਵੀ ਬੰਦਾ ਜਿਹੜਾ ਕਰ ਰਿਹਾ ਹੈ ਉਹ ਕਿਸ ਢੰਗ ਨਾਲ ਬੰਦਾ ਚੱਲ ਰਿਹਾ ਹੈ। ਅਸੀਂ ਇਸ ਗੱਲ ਨੂੰ ਭੁੱਲ ਗਏ ਹਾਂ, ਤਾਂ ਹੀ ਤਾਂ ਸਾਡੀ ਕੀਮਤ ਘਟਦੀ ਜਾ ਰਹੀ। ਖਿਆਲ ਰੱਖਣਾ, ਅਸੀਂ ਆਪਣੀ ਕੀਮਤ ਪਾਉਣਾ ਤਾਂ ਚਾਹੁੰਦੇ ਹਾਂ, ਪਰ ਸਾਡੀ ਕੀਮਤ ਹੁਣ ਸਿਰਫ ਮਾਇਆ ਤੱਕ ਇਕੱਠੀ ਕਿਉਂ ਹੋ ਗਈ? ਕਿਉਂਕਿ ਅਸੀਂ ਇਹਨੂੰ ਕਲਾਕਾਰੀ ਸਮਝ ਲਿਆ ਵੀ ਸਿੱਖ ਕੇ ਪ੍ਰਭਾਵਿਤ ਕੀਤਾ ਜਾ ਸਕਦਾ। ਨਹੀਂ, ਸਿੱਖੀ ਦੀ ਜਿਹੜੀ ਪਰਿਭਾਸ਼ਾ ਕੀਤੀ ਸੀ ਗੁਰੂ ਸਾਹਿਬ ਨੇ, ਉਹ ਬੜੀ ਮਹਾਨ ਸੀ, ਬਹੁਤ ਵੱਡੀ ਸੀ। ਉਹਦੇ ਵਿੱਚ ਜੀਵਨ ਨੂੰ ਪਹਿਲ ਦਿੱਤੀ ਗਈ, ਕਲਾ ਤਾਂ ਉਹਦਾ ਪਿੱਛਾ ਆਪੇ ਕਰੀ ਜਾਂਦੀ ਹੈ। ਅੱਖਰ 4 ਘੱਟ ਵੀ ਆਉਣਗੇ, ਪਰ ਇੱਕ ਗੱਲ ਯਾਦ ਰੱਖਣਾ, ਜਿੱਥੇ ਗੁਰੂ ਕੀ ਬਖਸ਼ਿਸ਼ ਟਿਕ ਗਈ ਉੱਥੇ ਠੀਕ ਹੈ, ਲੈਸਨ ਠੀਕ ਨਾ ਹੋਵੇ ਕੋਈ ਗੱਲ ਨਹੀਂ, ਕੁਝ ਅੱਗੇ ਪਿੱਛੇ ਥੋੜਾ ਜਿਹਾ ਹੋਵੇ ਚੱਲ ਜਾਏਗਾ। ਪਰ ਜਿੱਥੇ ਗੁਰੂ ਕੀ ਬਖਸ਼ਿਸ਼ ਵਾਲੀ ਗੱਲ ਹੋਈ ਉਹਦੇ ਤੋਂ ਕੋਈ ਬਚ ਕੇ ਨਹੀਂ ਜਾਏਗਾ, ਸੁਣਨ ਤੋਂ ਨਹੀਂ ਬਚੇਗਾ, ਪ੍ਰਭਾਵਿਤ ਹੋਣਾ ਹੀ ਪਏਗਾ ਉਸ ਨੂੰ। ਇਸ ਕਰਕੇ ਵੱਡੀ ਚੀਜ਼ ਸਾਨੂੰ ਇਹ ਮੰਨ ਕੇ ਚੱਲਣਾ ਚਾਹੀਦਾ ਵੀ ਜੋ ਕੁਝ ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ ਹੈ ਉਸ ਨੂੰ ਆਪਾਂ ਜੀਵਨ ਵਿੱਚ ਸਿੱਖੀਏ। ਕਲਾ ਦਾ ਭਰੋਸਾ ਘੱਟ ਕਰੀਏ ਤੇ ਗੁਰੂ ਦਾ ਭਰੋਸਾ ਜ਼ਿਆਦਾ ਕਰੀਏ ਜੀਵਨ ਦੇ ਵਿੱਚ। ਹਾਂ, ਕਰ ਲੈਣਾ ਚਾਹੀਦਾ ਕਲਾ ਦਾ ਭਰੋਸਾ, ਮਿਹਨਤ ਕਰਨੀ ਚਾਹੀਦੀ, ਯਤਨ ਕਰਨਾ ਚਾਹੀਦਾ, ਸਿੱਖਣਾ ਚਾਹੀਦਾ। ਦੁਨੀਆ ਦੇ ਵਿੱਚ ਜਾਣਾ ਹੈ, ਉਹਨਾਂ ਨਾਲ ਗੱਲ ਕਰਨੀ, ਸਮਝਾਉਣਾ ਹੈ। ਵਿਦਿਆ ਜਿੰਨੀ ਆ ਜਾਏ ਚੰਗੀ, ਪਰ ਕਿਤੇ ਭੁਲੇਖਾ ਨਾ ਪੈ ਜਾਏ ਵਿਦਿਆ ਨਾਲ ਹੀ ਸਰ ਜਾਏਗਾ, ਗੁਰੂ ਦੀ ਲੋੜ ਹੀ ਨਹੀਂ ਰਹੀ, ਫਿਰ ਗੱਲ ਗਲਤ ਹੋ ਜਾਏਗੀ। ਤਾਂ ਸਾਹਿਬ ਨੇ ਬਚਨ ਕੀਤੇ, ਸੁਣਿਆ ਸਾਸਤ ਸਿਮਰਤ ਵੇਦ, ਨਾਮ ਨੂੰ ਸੁਣ ਸੁਰਤ ਨੂੰ ਜਗਾ ਆਪਣੀ ਨੂੰ। ਤਾਂ ਫਿਰ ਜਿੰਨੇ ਸ਼ਾਸਤਰ ਨੇ, ਸਿਮਰਤੀਆਂ ਨੇ ਤੇ ਵੇਦ ਨੇ, ਜਿੰਨੇ ਧਾਰਮਿਕ ਗ੍ਰੰਥ ਨੇ, ਉਹਨਾਂ ਦਾ ਜਿੰਨਾ ਗਿਆਨ ਹੈ ਉਹ ਸਾਰਾ ਜਾਗੀ ਹੋਈ ਸੁਰਤ ਵਾਲੇ ਕੋਲ ਆਪਣੇ ਆਪ ਆ ਜਾਂਦਾ। ਕਿਉਂਕਿ ਇਹ ਗੱਲ ਗੁਰੂ ਗ੍ਰੰਥ ਸਾਹਿਬ ਨੇ ਕਹੀ ਹੈ ਕਿ ਜਿਹੜਾ ਨਾਮ ਹੈ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਵੇਦ ਉਪਾਏ। ਜਿੰਨਾ ਧਾਰਮਿਕ ਗਿਆਨ ਇਸ ਧਰਤੀ ਤੇ ਆਇਆ ਉਹ ਸਾਰਾ ਸਿਮਰਨ ਦੀ ਬਰਕਤ ਦੁਆਰਾ ਪ੍ਰਗਟ ਹੋਇਆ। ਤੇ ਜਦੋਂ ਕੋਈ ਇਸ ਗਿਆਨ ਨੂੰ ਪੜ੍ਹ ਕੇ ਸਿਮਰਨ ਕਰੇਗਾ, ਕਮਾਏਗਾ, ਤਾਂ ਉਹਦੇ ਵਿੱਚ ਇਹ ਸਾਰਾ ਗਿਆਨ ਆਪਣੇ ਆਪ ਆ ਜਾਏਗਾ। ਇਸ ਕਰਕੇ ਸੁਣਨ ਦੇ ਨਾਲ ਸਾਰਾ ਗਿਆਨ ਮਿਲਦਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ਼। ਨਾਮ ਨੂੰ ਸੁਣਨ ਦੇ ਨਾਲ ਵਿਗਾਸ ਦੀ ਪ੍ਰਾਪਤੀ ਹੁੰਦੀ ਹੈ, ਸਦਾ ਖੁਸ਼ੀ ਮਿਲਦੀ ਹੈ, ਸਦਾ ਆਨੰਦ ਦੀ ਪ੍ਰਾਪਤੀ ਹੁੰਦੀ ਹੈ, ਔਰ ਦੁੱਖਾਂ ਦਾ, ਪਾਪਾਂ ਦਾ, ਕਲੇਸ਼ਾਂ ਦਾ ਜੀਵਨ ਵਿੱਚੋਂ ਨਾਸ਼ ਹੁੰਦਾ ਹੈ।